ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਾ ਪਾਵਨ ਪਵਿੱਤਰ ਉਪਦੇਸ਼ ਚੱਲ ਰਹੀ ਲੜੀਵਾਰ ਕਥਾ ਸ੍ਰੀ ਰਾਗ ਦੇ ਵਿੱਚ ਸ਼ਰਵਣ ਕਰ ਰਹੇ ਹਾਂ। ਕੱਲ ਵੀ ਸ਼ਰਵਣ ਕੀਤਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਂਹ ਦੇ ਪ੍ਰਤੀ ਉਪਦੇਸ਼ ਕੀਤਾ ਸੀ। ਸੋ ਜਿਸ ਦੇ ਸ਼ੁਰੂ ਦੇ ਵਿੱਚ ਇਹ ਕਿਉਂਕਿ 6ਵਾਂ ਸ਼ਬਦ ਸੀ, ਕੱਲ 6ਵਾਂ ਸ਼ਬਦ 12ਵਾਂ ਅਤੇ 15ਵਾਂ ਸ਼ਬਦ, ਸੋ ਇਹਨਾਂ ਦੇ ਸ਼ੁਰੂ ਵਿੱਚ ਲਿਖਿਆ ਸ੍ਰੀ ਰਾਗ ਮਹੱਲ ਪਹਿਲਾ। ਪੋਥੀ ਵਿੱਚ ਜਿਸ ਪ੍ਰਕਾਰ ਲਿਖਿਆ ਸੀ ਮਹੱਲਾ, ਸੋ ਬਾਅਦ ਵਿੱਚ ਵਿਚਾਰ ਆਈ ਕਿ 6ਵਾਂ ਸ਼ਬਦ, ਕਿਉਂਕਿ ਸੰਥਿਆ ਵਿੱਚ ਇਹ ਚੀਜ਼ਾਂ ਪਕਾ ਲਈਆਂ ਜਾਂਦੀਆਂ ਕਿ 6ਵਾਂ 12ਵਾਂ ਤੇ 15ਵਾਂ ਸ਼ਬਦ ਮਹੱਲ ਪਾਠ ਆਉਣਾ। ਇਸੇ ਤਰ੍ਹਾਂ ਬਸੰਤ ਕੀ ਵਾਰ ਮਹੱਲ ਪੰਜਵਾਂ। ਸੋ ਜਿੱਥੇ ਜਿੱਥੇ ਮਹੱਲ ਹੈ ਗੁਰਾਂ ਦੀ ਸੁਤੰਤਰਤਾ, ਮਹੱਲ ਜਾਂ ਮਹੱਲਾ। ਸੋ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਇਉਂ ਪਾਠ ਵਿੱਚ ਧਿਆਨ ਦੇਣਾ, ਸੁਧਾਈ ਕਰ ਲੈਣੀ ਆਪਣੀ। ਆਓ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ। ਸਭ ਰਸ ਮਿੱਠੇ ਮੰਨਿਆ ਸੁਣਿਆ ਸਾਲਾਉਣੇ ਵਾਲਾ ਸ਼ਬਦ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਜਦੋਂ ਬਾਹਰੋਂ ਕਦੇ ਆਉਂਦੇ ਉਦਾਸੀ ਤੋਂ 4 ਸਾਲਾਂ ਬਾਅਦ, 5 ਬਾਅਦ, 3 ਬਾਅਦ, ਤਾਂ ਮਾਤਾ ਪਿਤਾ ਬਹੁਤ ਯਾਦ ਕਰਦੇ, ਮਾਤਾ ਜੀ ਬਹੁਤ ਯਾਦ ਕਰਿਆ ਕਰਦੇ ਸਨ। ਸੋ ਆਪ ਜੀ ਰਾਏ ਭੋਏ ਦੀ ਤਲਵੰਡੀ ਸ੍ਰੀ ਨਨਕਾਣਾ ਸਾਹਿਬ ਤੋਂ ਬਾਹਰ ਭਾਈ ਬਾਲਾ ਸੰਧੂ ਜੀ ਦੇ ਪਿਤਾ ਭਾਈ ਚੰਦਰ ਭਾਨ ਜੀ ਦੇ ਖੂਹ ਤੇ ਬਾਹਰ ਬੈਠੇ ਆ ਕੇ, ਅਤੇ ਭਾਈ ਮਰਦਾਨਾ ਮਹਾਰਾਜ ਤੋਂ ਆਗਿਆ ਲੈ ਕੇ ਜਦੋਂ ਆਪਣੇ ਘਰ ਗਏ, ਉਸ ਵੇਲੇ ਗੁਰੂ ਨਾਨਕ ਦੇਵ ਜੀ ਦੇ ਪਿਤਾ ਬਾਬਾ ਕਲਿਆਣ ਚੰਦ ਜੀ ਨੂੰ ਪਤਾ ਚੱਲਿਆ, ਮਾਤਾ ਜੀ ਨੂੰ ਹੀ ਖਬਰ ਹੋ ਗਈ ਕਿ ਸਾਡੇ ਪੁੱਤਰ ਜੀ ਆਏ ਨੇ, ਬਾਹਰ ਖੂਹ ਤੇ ਬੈਠੇ ਨੇ। ਮਨ ਅੰਦਰ ਬੜੀ ਖੁਸ਼ੀ ਹੋਈ। ਸੋ ਉਸ ਵੇਲੇ ਚੰਗੇ ਚੰਗੇ ਭੋਜਨ, ਸੋਹਣੇ ਕੱਪੜੇ ਲੈ ਕੇ ਸਵਾਰ ਹੋ ਕੇ ਚੱਲੇ। ਜਦੋਂ ਖੂਹ ਦੇ ਕੋਲ ਪਹੁੰਚੇ, ਮਹਾਰਾਜ ਨੇ ਦੇਖਿਆ ਕਿ ਮਾਤਾ ਪਿਤਾ ਜੀ ਆਏ ਨੇ। ਆਪ ਜੀ ਬੜੇ ਮਰਿਆਦਾ ਪੁਰਸ਼ੋਤਮ ਨੇ। ਗੁਰੂ ਨਾਨਕ ਦੇਵ ਮਹਾਰਾਜ ਦੂਰੋਂ ਹੀ ਉੱਠ ਕੇ ਖੜੇ ਹੋ ਗਏ ਅਤੇ ਮਾਤਾ ਪਿਤਾ ਜੀ ਦਾ ਬਹੁਤ ਸਤਿਕਾਰ ਕੀਤਾ। ਸੋ ਉਸ ਵਕਤ ਪਿਤਾ ਜੀ ਦੇ ਮਾਤਾ ਜੀ ਦੇ ਚਰਨੀ ਹੱਥ ਲਾਏ, ਬਹੁਤ ਪਿਆਰ ਦਿੱਤਾ ਮਾਤਾ ਨੇ, ਅਤੇ ਬਹੁਤ ਅਥਰੂ ਅੱਖਾਂ ਚੋਂ ਕੇਰੇ, ਬੜੀ ਦੇਰ ਬਾਅਦ ਆਪ ਮਿਲੇ ਹੋ, ਮੈਂ ਤੁਹਾਡੇ ਲਈ ਚੰਗੇ ਚੰਗੇ ਬਸਤਰ ਲਿਆਈ ਹਾਂ। ਇਹ ਜਿਹੜੇ ਸਾਧੂ ਰੰਗੇ ਕੱਪੜੇ ਆ, ਗੇਰੂ ਰੰਗੇ ਨੇ, ਇਹ ਲੰਬਾ ਚੋਲਾ ਪਾਇਆ ਹੋਇਆ। ਪੁੱਤਰ ਜੀ ਹੁਣ ਬਹੁਤ ਘੁੰਮ ਲਏ, ਘਰ ਦਾ ਕੰਮਕਾਰ ਕਰੋ, ਵਿਆਹ ਸ਼ਾਦੀ ਆਦਿਕ ਵੀ ਕਰਨੇ ਨੇ, ਔਰ ਨਾਲ ਅਸੀਂ ਤੁਹਾਡੇ ਲਈ ਬੜੇ ਭੋਜਨ, ਸੋਹਣੇ ਸੋਹਣੇ ਪਕਵਾਨ ਬਣਾ ਕੇ ਲਿਆਏ ਆ, ਮਿੱਠੇ, ਲੂਣੇ, ਖੱਟੇ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਮਾਤਾ ਜੀ ਇਹ ਪਦਾਰਥ ਖਾਣ ਨਾਲ ਤਾਂ ਬੰਦੇ ਦੇ ਅੰਦਰ ਜੋ ਹੈ ਨਾ ਵਿਕਾਰ ਹੀ ਪੈਦਾ ਹੁੰਦੇ ਨੇ ਅਸਲ ਵਿੱਚ। ਇਸ ਕਰਕੇ ਅਸੀਂ ਪਦਾਰਥਾਂ ਵੱਲ ਬਹੁਤਾ ਖਿਆਲ ਨਹੀਂ ਕਰਦੇ। ਨਾਮ ਦਾ ਰਸ ਹੀ ਅੱਛਾ ਹੈ, ਸਾਦਾ ਭੋਜਨ ਹੀ ਅੱਛਾ ਹੈ, ਔਰ ਅਸੀਂ ਨਾਲ ਇਹ ਚੀਜ਼ਾਂ ਸਾਰੀਆਂ ਖਾ ਹੀ ਰਹੇ ਹਾਂ। ਕਹਿਣ ਲੱਗੇ ਮਾਤਾ ਪਿਤਾ ਕਿ ਸਾਨੂੰ ਤਾਂ ਤੁਹਾਡੇ ਕੋਲ ਇਹ ਚੀਜ਼ਾਂ ਨਹੀਂ ਦਿਖਦੀਆਂ। ਉਸ ਵਕਤ ਮਹਾਰਾਜ ਨੇ ਅੰਤਰੀਵ ਭਾਵ ਦੇ ਵਿੱਚ ਦੱਸਿਆ ਕਿ ਅਸਲ ਵਿੱਚ ਇਹ ਚੀਜ਼ਾਂ ਐਸੀਆਂ ਨਜ਼ਰ ਨਹੀਂ ਆਉਂਦੀਆਂ। ਤੁਸੀਂ ਤਾਂ ਖਾਂਦੇ ਹੋ ਸੰਸਾਰ ਦਾ ਮਿੱਠਾ, ਲੂਣਾ, ਖੱਟਾ, ਚਟਣੀਆਂ, ਦੂਜੀ ਤੀਜੀਆਂ ਚੀਜ਼ਾਂ, ਕਦੇ ਅੰਮ੍ਰਿਤੀਆਂ ਖਾ ਲਈਆਂ, ਕਦੇ ਜਲੇਬੀਆਂ ਖਾ ਲਈਆਂ, ਪਰ ਅਸੀਂ ਖਾਂਦੇ ਹਾਂ ਜੋ ਅਕਾਲ ਪੁਰਖ ਨੇ ਸਾਨੂੰ ਅੰਦਰ ਮਠਿਆਈ ਦਿੱਤੀ ਹੈ। ਅੰਦਰ ਹੀ ਸਾਰਾ ਕੁਝ ਹੈ ਮਨੁੱਖ ਦੇ। ਕਹਿੰਦੇ ਜੀ ਉਹ ਕਿਹੜਾ, ਸਾਨੂੰ ਤਾਂ ਪਤਾ ਨਹੀਂ। ਉਸ ਵਕਤ ਗੁਰਾਂ ਨੇ ਸ੍ਰੀ ਰਾਗ ਦਾ ਸ਼ਬਦ ਉਚਾਰ ਕੇ ਆਪਣੇ ਮਾਤਾ ਪਿਤਾ ਅਤੇ ਹੋਰ ਵੀ ਸੰਗਤ ਬਹੁਤ ਪਿੰਡ ਦੀ ਆ ਗਈ, ਭਾਈ ਬਾਲਾ ਜੀ ਦੇ ਪਿਤਾ ਜੀ, ਮਾਤਾ ਜੀ, ਹੋਰ ਸਾਰੇ, ਭਾਈ ਮਰਦਾਨਾ ਜੀ ਦਾ ਪਰਿਵਾਰ। ਮਾਨੋ ਖੂਹ ਦੇ ਉੱਤੇ ਹੀ ਸਤਸੰਗਤ ਸ਼ੁਰੂ ਹੋ ਗਈ ਹੈ। ਸਤਿਗੁਰੂ ਮਹਾਰਾਜ ਨੇ ਉਚਾਰਨ ਕੀਤਾ ਸ੍ਰੀ ਰਾਗ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਸ੍ਰੀ ਰਾਗ ਦੇ ਵਿੱਚ ਪਾਵਨ ਸ਼ਬਦ 16 ਅੰਗ ਤੇ ਬਖਸ਼ਿਸ਼ ਕਰ ਰਹੇ ਨੇ। ਸਭ ਰਸ ਮਿੱਠੇ ਮੰਨਿਆ ਸੁਣਿਆ ਸਾਲਾਉਣੇ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਜਿਹੜਾ ਆਪਣੇ ਸਤਿਗੁਰੂ ਕੋਲੋਂ ਨਾਮ ਦਾ ਸੁਣਨਾ ਹੈ ਨਾ,
ਸੁਣਨਾ ਹੀ ਮਾਨੋ ਸਲੂਣੇ ਹੈ, ਨਮਕੀਨ ਹੈ, ਨਮਕੀਨ ਰਸ ਵਾਲੇ ਪਦਾਰਥ ਹਨ। ਸੁਣਿਆ ਸਾਲੋਣੇ। ਅਤੇ ਜਿਹੜਾ ਪ੍ਰਭੂ ਦਾ ਨਾਮ ਦਾ ਮੰਨਣ ਕਰਨਾ, ਇਹ ਸਾਰੇ ਮਿੱਠੇ ਰਸਾਂ ਵਾਲੇ ਪਦਾਰਥ ਨੇ, ਕਿਉਂਕਿ ਸੁਣਨ ਦੀ ਅਵਸਥਾ ਪਹਿਲਾਂ ਆਉਂਦੀ, ਮੰਨਣ ਦੀ ਬਾਅਦ ਵਿੱਚ। ਇਸ ਕਰਕੇ ਅਰਥ ਸੁਣਿਆ ਸਾਲੋਣੇ ਤੋਂ ਹੀ ਲੈਣਾ। ਸੁਣਿਆ ਸਾਲੋਣੇ। ਜਿਹੜਾ ਗੁਰਾਂ ਦਾ ਉਪਦੇਸ਼ ਸੁਣਨਾ, ਇਹ ਤਾਂ ਮਾਨੋ ਨਮਕੀਨ ਰਸ ਵਾਲੀਆਂ ਚੀਜ਼ਾਂ ਖਾ ਰਹੇ ਹਾਂ। ਜਿਹੜਾ ਗੁਰਾਂ ਦੇ ਉਪਦੇਸ਼ ਨੂੰ ਸੁਣ ਕੇ ਮੰਨਣਾ, ਇਹ ਮਾਨੋ ਮਿੱਠਾ ਖਾ ਰਹੇ ਹਾਂ ਅਸੀਂ। ਇਹੀ ਮਠਿਆਈ ਹੈ ਸਾਡੀ। ਖਾਟ ਤੁਰਸੀ ਮੁਖ ਬੋਲਣਾ, ਮਾਰਨ ਨਾਦ ਕੀਏ। ਮੂੰਹ ਤੋਂ ਜਿਹੜਾ ਵਾਹਿਗੁਰੂ ਦਾ ਨਾਮ ਬੋਲਣਾ, ਵਾਹਿਗੁਰੂ 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 ਕਰਨਾ ਹੈ, ਇਹ ਹੈ ਖਟ ਤੁਰਸੀ। ਖੱਟੇ ਮਿੱਠੇ ਚਟਨੀ ਆਦਿਕ ਖਟ ਤੁਰਸ਼ ਰਸ ਨੇ। ਕਿਉਂਕਿ ਗੁਰਸਿੱਖਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ ਦਾ ਜੋ ਨਾਦ ਹੈ, ਉਪਦੇਸ਼ ਦੇਣਾ ਕੀਤਾ ਹੈ, ਇਹ ਹੈ ਅਸਲ ਵਿੱਚ ਮਸਾਲੇ। ਜਿਹੜਾ ਲਿਖਿਆ ਅੱਖਰ ਮਾਰਨ ਨਾਦ ਕੀਏ, ਮਾਰਨ ਦਾ ਅਰਥ ਹੁੰਦਾ ਮਸਾਲੇ। ਇਹੀ ਵਿੱਚ ਮਸਾਲੇ ਪਾਏ ਹੋਏ ਨੇ। ਜਿਹੜਾ ਗੁਰਸਿੱਖਾਂ ਨੂੰ ਨਾਦ ਦਾ ਅਰਥ ਹੈ ਉਪਦੇਸ਼ ਦੇਣਾ। ਸੋ ਇਸ ਤਰ੍ਹਾਂ ਸ਼ਰਵਣ ਮੰਨਣ ਨਿਧਿਆਸਣ ਦੀ ਵਾਰੀ ਹੈ। ਇਸ ਕਰਕੇ ਜਿਹੜਾ ਨਾਦ ਮਤਲਬ ਨਿਧਿਆਸਣ ਕੀਤਾ, ਇਹ ਭੋਜਨ ਵਿੱਚ ਮਾਰਨ ਤੋਂ ਭਾਵ ਮਸਾਲੇ ਪਾਏ ਹੋਏ ਨੇ। ਜਿਉਂ ਸਤਿਗੁਰੂ ਮਹਾਰਾਜ ਪਿਆਰ ਨਾਲ ਉਪਦੇਸ਼ ਦਿੰਦਿਆਂ ਹੋਇਆਂ ਗੁਰਬਾਣੀ ਦਾ ਉਪਦੇਸ਼ ਕਰਦੇ ਨੇ ਸੰਗਤ ਨੂੰ। ਛੱਤੀ ਹੀ ਅੰਮ੍ਰਿਤ ਭਾਉ ਏਕ ਜਾ ਕਉ ਨਦਰ ਕਰੇ। ਮਹਾਰਾਜ ਕਹਿਣ ਲੱਗੇ, ਇੱਕ ਅਕਾਲ ਪੁਰਖ ਵਾਹਿਗੁਰੂ ਵਿੱਚ ਜਿਹੜਾ ਪ੍ਰੇਮ ਕਰਨਾ ਨਾ, ਇੱਕ ਅਕਾਲ ਪੁਰਖ ਦਾ ਜੋ ਸਾਨੂੰ ਗਿਆਨ ਹੋਇਆ ਹੈ, ਪ੍ਰੇਮ ਹੋਇਆ ਸਾਡੇ ਮਨ ਦੇ ਅੰਦਰ, ਗਿਆਨ ਹੋ ਕੇ ਪ੍ਰੇਮ ਹੋਣਾ, ਪ੍ਰੇਮ ਹੋ ਕੇ ਹੀ ਗਿਆਨ ਹੁੰਦਾ। ਪ੍ਰੇਮ ਗਿਆਨ ਦਾ ਆਪਸ ਵਿੱਚ ਸੰਬੰਧ ਹੈ। ਇਹੀ 36 ਤਰ੍ਹਾਂ ਦੇ ਭੋਜਨ ਹਨ ਮਾਤਾ ਜੀ ਸਾਡੇ ਲਈ। ਤਾਂ 36 ਹੀ। ਸੋ 36 ਹੁੰਦਾ ਇੱਕ ਛੱਛਾ ਤੱਤੇ ਨੂੰ ਬਿਹਾਰੀ 36 ਪੜਛੱਤੀ 36 ਇਸ ਪ੍ਰਕਾਰ ਗਿਣਤੀ ਵੀ ਹੈ। ਇੱਥੇ ਹਾਹਾ ਨਾਲ ਲਾਇਆ ਕਿਉਂਕਿ ਤੋਲ ਪੂਰਾ ਕਰਨਾ ਕਾਵ ਰਚਨਾ ਵਿੱਚ। 36 ਅੰਮ੍ਰਿਤ ਭਾਉ ਏਕ ਜਾ ਕਉ ਨਦਰ ਕਰੇ। ਸੋ ਇਸ ਕਰਕੇ ਇਹ ਭੋਜਨ ਖਾਣੇ ਕਿਹਨੂੰ ਪ੍ਰਾਪਤ ਹੁੰਦੇ ਜੀ? ਕਹਿੰਦੇ ਜਿਨ੍ਹਾਂ ਉੱਤੇ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਹੁੰਦੀ, ਜਾ ਕਉ ਨਦਰ ਕਰੇ, ਉਹਨਾਂ ਨੂੰ ਇਹ ਅੰਦਰਲਾ ਖਾਣਾ ਪ੍ਰਾਪਤ ਹੁੰਦਾ, ਉਹਨਾਂ ਨੂੰ ਇਹ ਅੰਦਰਲੇ ਭੋਜਨ ਪ੍ਰਾਪਤ ਹੁੰਦੇ ਨੇ। ਬਾਕੀ ਜਿਹੜਾ ਤੁਸੀਂ ਚੱਕੀ ਫਿਰਦੇ ਹੋ ਸਾਰਾ ਖਾਣ ਪੀਣ, ਦੁਨੀਆ, ਬਥੇਰੇ ਲੋਕ ਬਹੁਤ ਕੁਝ ਖਾਈ ਜਾਂਦੇ ਨੇ, ਮੂੰਹ ਕਿਹੜਾ ਭਰਦਾ ਕਦੇ। ਜਿਵੇਂ ਚੁੱਲ੍ਹਾ ਹੈ ਲੱਕੜਾਂ ਵਾਲਾ, ਉਹ 'ਚ ਲੱਕੜਾਂ ਪਾਈ ਜਾਓ, ਟਨਾਂ ਦੇ ਹਿਸਾਬ ਨਾਲ ਲੱਕੜਾਂ ਉਹ 'ਚ ਸੜ ਜਾਂਦੀਆਂ, ਪਰ ਚੁੱਲ੍ਹਾ ਰੱਜਿਆ ਨਹੀਂ ਕਦੇ। ਇਸੇ ਤਰ੍ਹਾਂ ਮਨੁੱਖ ਦਾ ਮੂੰਹ ਕਦੇ ਰੱਜਦਾ ਨਹੀਂ ਹੈ। ਖਾਣਿਆਂ ਤੋਂ, ਰਸਾਂ ਤੋਂ ਮਨੁੱਖ ਨਹੀਂ ਰੱਜਿਆ ਕਦੇ। ਅੱਖੀਂ ਦੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ। ਇਸ ਕਰਕੇ ਜਿੰਨਾ ਆਪਾਂ ਖਾਂਦੇ ਹਾਂ ਜ਼ਿਆਦਾ ਖਾਣਾ, ਜਿੰਨੇ ਹੋਰ ਖਾਣੇ ਖਾਂਦੇ ਆ, ਅਯੋਗ ਖਾਣੇ ਖਾਂਦੇ ਆ। ਬਾਬਾ ਹੋਰ ਖਾਣਾ ਖੁਸ਼ੀ ਖੁਆਰ। ਬਾਬਾ ਤੋਂ ਭਾਵ ਇੱਥੇ ਹੈ ਪਿਤਾ ਜੀ, ਕਿਉਂਕਿ ਬਾਬਾ ਅੱਖਰ ਦੇ 8 ਅਰਥ ਨੇ। ਫਿਰ ਜਿੱਥੇ ਪ੍ਰਕਰਨ ਜਿਹਾ ਜਿਹਾ ਹੁੰਦਾ ਉਸੇ ਹਿਸਾਬ ਨਾਲ ਅਰਥ ਬਣਦਾ। ਪਹਿਲਾਂ ਬਾਬਾ ਪਾਂਦੇ ਨੂੰ ਵੀ ਕਿਹਾ ਸੀ, ਕਿਉਂਕਿ ਉਹ ਵੀ ਪੜ੍ਹਾਉਣ ਵਾਲਾ ਮਾਸਟਰ ਸੀ, ਬਜ਼ੁਰਗ ਸੀ, ਤੇ ਬਜ਼ੁਰਗ ਪਿਤਾ ਬਾਬਾ। ਅਤੇ ਨਾ ਬਾਬਾ ਨਾ ਇਹ ਨਹੀਂ ਹੋ ਸਕਦਾ। ਦੁਨੀਆ ਨੂੰ ਵੀ ਕਿਹਾ ਬਾਬਾ ਨਾਮ ਪਰਮਾਤਮਾ ਦਾ ਵੀ ਹੈ, ਪਰਮਾਤਮਾ ਨੂੰ ਵੀ ਅਰਦਾਸ ਕੀਤੀ ਹੈ, ਪਿਤਾ ਨੂੰ ਵੀ ਬਾਬਾ, ਬਜ਼ੁਰਗਾਂ ਨੂੰ, ਵੱਡਿਆਂ ਨੂੰ, ਸਭ ਨੂੰ ਬਾਬਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਪਿਤਾ ਸਾਹਿਬ ਜੀ, ਨਾਮ ਤੋਂ ਬਿਨਾਂ ਹੋਰ ਪ੍ਰਤੱਖ ਜਿੰਨੀਆਂ ਖੁਸ਼ੀਆਂ ਪੂਰਬ ਪਦਾਰਥਾਂ ਦਾ ਖਾਣਾ ਨਾ, ਇਹ ਖੁਆਰ ਹੀ ਹੈ। ਭਾਵ ਬੰਦੇ ਨੂੰ ਖਰਾਬ ਹੀ ਕਰਦਾ। ਹਰੇਕ ਚੀਜ਼ ਬਿਮਾਰੀ ਹੀ ਪੈਦਾ ਕਰਦੀ ਹੈ। ਮਾੜਾ ਮੋਟਾ ਸਰੀਰ ਨੂੰ ਜਿੰਨੀ ਕੁ ਲੋੜ ਹੈ, ਮਿੱਠੇ ਦੀ, ਲੂਣ ਦੀ, ਖੰਡ ਦੀ, ਹੋਰ ਸਾਰੀਆਂ ਚੀਜ਼ਾਂ ਦੀ ਲਿਮਿਟ ਵਿੱਚ ਤਾਂ ਚੰਗਾ ਸਾਰਾ ਕੁਝ, ਪਰ ਓਵਰ ਸਾਰੇ ਪਦਾਰਥ ਜਿਹੜੇ ਖਾਣੇ ਆ, ਇਹਨਾਂ ਨੇ ਅੰਦਰ ਜਾ ਕੇ ਜਿੰਨੀ ਜ਼ਰੂਰਤ ਹੈ ਉਨੀ ਤਾਂ ਠੀਕ ਹੈ। ਵੱਧ ਤਾਂ ਜਿਹੜੀਆਂ ਚੀਜ਼ਾਂ ਨੇ ਅੰਦਰ, ਉਹ ਵਿਸ਼ੇ ਵਿਕਾਰ, ਸਰੀਰ ਦੀਆਂ ਤਬਦੀਲੀਆਂ ਲਿਆਉਂਦੀਆਂ।
ਜਿਤ ਖਾਧੈ ਤਨ ਪੀੜੀਐ ਮਨ ਮਹਿ ਚਲਹਿ ਵਿਕਾਰ ਰਹਾਉ। ਹੁਣ ਜਿਹੜੇ ਪਦਾਰਥਾਂ ਦੇ ਖਾਦਿਆਂ ਸਰੀਰ ਪੀੜਤ ਹੁੰਦਾ, ਦੁਖੀ ਹੁੰਦਾ ਖਾ ਕੇ, ਪਹਿਲਾਂ ਤਾਂ ਰੱਜ ਕੇ ਖਾ ਲਿਆ, ਫਿਰ ਔਖਾ, ਫਿਰ ਚੂਰਨ ਲੱਭੋ, ਫਿਰ ਆਹ ਕਰੋ, ਹੁਣ ਅੰਦਰ ਇਹ ਸਾੜ ਪੈਂਦਾ, ਕੋਈ ਕਹਿੰਦਾ ਐਸਿਡਿਟੀ ਹੋ ਗਈ, ਕੋਈ ਕਹਿੰਦਾ ਹੁਣ ਮੈਂ ਖਾ ਕੇ ਤੰਗ ਹੋ ਗਿਆ, ਕਿਸੇ ਦੇ ਪੇਟ ਦਰਦ ਹੋ ਗਿਆ। ਇਸ ਤਰ੍ਹਾਂ ਉਹ ਹਜਮ ਕਰਨ ਨੂੰ ਵੀ ਫਿਰ ਦੇਰ ਲੱਗਦੀ ਹੈ। ਮਹਾਰਾਜ ਕਹਿੰਦੇ ਫਿਰ ਉਹ ਮਨ ਦੇ ਵਿੱਚ ਕਈ ਤਰ੍ਹਾਂ ਦੇ ਵਿਕਾਰ ਚੱਲਦੇ ਨੇ, ਕਿਉਂਕਿ ਹਰੇਕ ਖਾਣੇ ਦਾ ਕੋਈ ਏਡਾ ਅੱਛਾ ਅਸਰ ਨਹੀਂ ਪੈਂਦਾ ਸਰੀਰ ਦੇ ਉੱਤੇ। ਜਿੰਨਾ ਜ਼ਿਆਦਾ ਖਾਈ ਜਾਂਦੇ ਆ ਉਨਾ ਬਹੁਤਾ ਵਿਕਾਰ ਪੈਦਾ ਕਰੀ ਜਾਂਦਾ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਰਹਾਉ ਦੀਆਂ ਦੋਵੇਂ ਤੁਕਾਂ ਨੇ ਇਹ ਹਰ ਥਾਂ ਹੀ ਮਹਾਰਾਜ ਉਚਾਰਨਗੇ ਕਿ ਜਿਹਦੇ ਖਾਦਿਆਂ ਜਿਹੜਾ ਜੀਵ ਪਰਲੋਕ ਵਿੱਚ ਵੀ ਔਖਾ ਹੁੰਦਾ ਤੇ ਸਰੀਰ ਦੇ ਵਿੱਚ ਵੀ ਵਿਕਾਰ ਪੈਦਾ ਹੁੰਦੇ ਨੇ, ਇਹਨਾਂ ਚੀਜ਼ਾਂ ਦਾ ਖਾਣ ਦਾ ਕੀ ਫਾਇਦਾ। ਸੋ ਉਸ ਵਕਤ ਮਾਤਾ ਜੀ ਕਹਿਣ ਲੱਗੇ, ਤੁਸੀਂ ਆ ਜਿਹੜੇ ਕੱਪੜੇ ਪਾਈ ਫਿਰਦੇ ਹੋ ਸਾਧੂਆਂ ਵਾਲੇ, ਹੁਣ ਇਹ ਬਸ ਕਰੋ। ਆਹ ਦੇਖੋ ਮੈਂ ਤੁਹਾਡੇ ਲਈ ਰੰਗ ਬਰੰਗੇ ਸੋਹਣੇ ਸੋਹਣੇ ਕੱਪੜੇ ਲੈ ਕੇ ਆਈਆਂ, ਪੁਸ਼ਾਕਾਂ ਨੇ ਆਈ ਤੁਹਾਡੀਆਂ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਰੰਗ ਬਰੰਗੀਆਂ ਪੁਸ਼ਾਕਾਂ ਵੀ ਅਸੀਂ ਤਾਂ ਪਾਈਆਂ ਹੀ ਹੋਈਆਂ ਨੇ। ਕਹਿੰਦੇ ਜੀ ਪਾਈਆਂ ਹੋਈਆਂ ਫਿਰ ਦਿਖਦੀਆਂ ਤਾਂ ਹੈ ਨਹੀਂ। ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਮੇਰੀ ਪੁਸ਼ਾਕ ਦੇਖਣੀ ਤਾਂ ਮੈਂ ਦੱਸਦਾ ਕੈਸੀ ਹੈ, ਔਰ ਗੁਰਸਿੱਖਾਂ ਨੂੰ ਵੀ ਐਸੀ ਪੁਸ਼ਾਕ ਪਹਿਨਣੀ ਚਾਹੀਦੀ ਹੈ। ਰੱਤਾ ਪਹਿਨਣ ਮਨ ਰੱਤਾ, ਸੁਪੇਦੀ ਸਤ ਦਾਨ। ਵਾਹਿਗੁਰੂ ਦੇ ਨਾਮ ਸਿਮਰਨ ਵਿੱਚ ਜਿਹੜਾ ਮਨ ਰੱਤਾ ਹੈ ਨਾ ਮੇਰਾ, ਰੰਗਿਆ ਪਿਆ, ਤਦਾਕਾਰ ਹੋਇਆ, ਇਹੀ ਅਸੀਂ ਜਿਹੜਾ ਹੈ ਨਾ ਰੱਤਾ ਤੋਂ ਭਾਵ ਲਾਲ ਰੰਗ ਦੀ ਪੁਸ਼ਾਕ ਪਾਈ ਹੈ। ਲਾਲ ਰੰਗ ਲੱਗਿਆ ਜਿਹੜਾ ਨਾਮ ਦਾ, ਅਤੇ ਜਿਹੜਾ ਸੱਚੇ ਨਾਮ ਦਾ ਦਾਨ ਗੁਰਸਿੱਖਾਂ ਨੂੰ ਦੇਣਾ ਕੀਤਾ, ਜਿਹੜਾ ਸੱਚ ਦਾ ਦਾਨ ਦੇਣਾ ਕੀਤਾ ਨਾ, ਸੱਚ ਦੇ ਨਿਮਿਤ ਜਿਹੜਾ ਪ੍ਰਤੱਖ ਦਾਨ ਕੀਤਾ ਹੈ, ਇਹੀ ਅਸੀਂ ਸੁਪੇਦੀ ਹੁੰਦੀ ਚਿੱਟੀ, ਜਿਵੇਂ ਆਪਾਂ ਕਹਿੰਦੇ ਸਫੈਦੀ ਕਰਾਈ ਹੈ ਘਰ ਨੂੰ, ਸੁਪੇਦੀ ਦਾ ਮਤਲਬ ਹੁੰਦਾ ਹੀ ਚਿੱਟੀ ਹੈ। ਤੋ ਇਹ ਚਿੱਟੀ ਪੁਸ਼ਾਕ ਹੈ ਸਾਡੀ, ਜਿਹੜਾ ਅਸੀਂ ਸਤ ਦਾ ਦਾਨ ਗੁਰਸਿੱਖਾਂ ਨੂੰ ਦਿੱਤਾ, ਜਿਹੜਾ ਉਪਦੇਸ਼ ਦਿੱਤਾ ਗੁਰਸਿੱਖਾਂ ਨੂੰ। ਨੀਲੀ ਸਿਆਹੀ ਕਦਾ ਕਰਨੀ ਪਹਿਰਨ ਪੈਰ ਧਿਆਨ। ਜਿਹੜੀ ਸਿਆਹੀ ਹੈ ਨਾ ਪਾਪਾਂ ਦੀ ਅਤੇ ਅਵਿਦਿਆ ਦਾ ਜਿਹੜਾ ਕਦਾ ਕਰਨੀ ਭਾਵ ਕੱਟਣਾ ਕੀਤਾ, ਇਹੀ ਅਸੀਂ ਨੇ ਕਿ ਨੀਲੇ ਰੰਗ ਦੀ ਪੁਸ਼ਾਕ ਪਾਈ ਹੈ ਬਸ। ਸੋ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਉੱਥੇ ਅਨੀਲ ਵਿੱਚ ਇਹ ਅਰਥ ਆਉਂਦੇ ਨੇ। ਆੜਾ ਵੱਖਰਾ ਕਰਕੇ ਨੀਲ, ਨੀਲ ਮਤਲਬ ਸ਼ਾਹੀ, ਨੀਲ ਦਾ ਮਤਲਬ ਹੁੰਦਾ ਪਾਪ। ਜੋ ਪ੍ਰਮਾਤਮਾ ਅਨੀਲ ਹੈ, ਪਾਪਾਂ ਤੋਂ ਰਹਿਤ ਹੈ। ਹੁਣ ਕਹਿੰਦੇ ਨੇ ਕਦਾ ਕਰਨੀ, ਜਿਹੜੀ ਵਿਦਿਆ ਦਾ ਜਿਹੜਾ ਕਦਾ ਹੁੰਦੀ ਨਾ, ਕਰਨੀ ਭਾਵ ਕੱਟਣਾ ਕੀਤਾ ਹੈ। ਕਦਾ ਤੋਂ ਜਿਵੇਂ ਆਪਾਂ ਕਹਿੰਦੇ ਕਰਦ ਕੱਟਣਾ, ਕੱਟਣੇ ਵਾਲੀ ਚੀਜ਼ ਹੁੰਦੀ ਹੈ। ਤੇ ਕਈ ਅੱਖਰ ਐਸੇ ਲਿਖੇ ਜਾਂਦੇ ਨੇ ਕਦਾ ਕਰਨੀ, ਇਹ ਜਿਹੜਾ ਅਸੀਂ ਕੱਟ ਦਿੱਤਾ ਹੈ ਸਾਰਾ ਕੁਝ ਅਵਿਦਿਆ ਆਦਿਕ, ਇਹੀ ਨੀਲੀ ਪੁਸ਼ਾਕ ਪਾਈ ਹੈ। ਜਿਹੜਾ ਅਸੀਂ ਵਾਹਿਗੁਰੂ ਦੇ ਚਰਨਾਂ ਦਾ ਧਿਆਨ ਧਾਰਨਾ ਕੀਤਾ ਹੈ, ਪਹਿਰਨ ਪੈਰ ਧਿਆਨ, ਇਹੀ ਅਸੀਂ ਕਹਿੰਦੇ ਪਹਿਰਨ ਚੰਗੇ ਦਾ ਪਹਿਰਨਾ ਕੀਤਾ, ਸਾਰਿਆਂ ਕੱਪੜਿਆਂ ਦਾ ਪਾਉਣਾ ਕੀਤਾ। ਜਿਹੜਾ ਵਾਹਿਗੁਰੂ ਦਾ ਧਿਆਨ ਕਰਨਾ, ਇਹੀ ਸਾਡੇ ਕੱਪੜੇ ਪਾਏ ਹੋਏ ਨੇ। ਫੇਰ ਕਹਿੰਦੇ ਨੇ ਕਮਰ ਕੱਸਾ ਵੀ ਲਾਈਦਾ, ਲੋਕ ਪੁਰਾਣੇ ਕਮਰ ਕੱਸਾ ਬੰਨ੍ਹਦੇ ਸੀਗੇ, ਕੱਪੜਾ ਬੰਨ੍ਹ ਲੈਣਾ ਲੱਕ ਨੂੰ, ਤੁਰਨਾ ਸੌਖਾ, ਐਕਟਿਵ ਰਹਿੰਦਾ ਬੰਦਾ। ਮਹਾਰਾਜ ਕਹਿਣ ਲੱਗੇ ਇਹ ਵੀ ਅਸੀਂ ਬੰਨਿਆ ਹੋਇਆ। ਕਮਰ ਬੰਦ ਸੰਤੋਖ ਕਾ ਧਨ ਜੋਬਨ ਤੇਰਾ ਨਾਮ। ਕਹਿੰਦੇ ਜਥਾ ਲਾਭ ਤਥਾ ਸੰਤੁਸ਼ਟ ਰਹਿਣਾ ਚਾਹੀਦਾ ਬੰਦੇ ਨੂੰ, ਅਜਿਹੇ ਸੰਤੋਖ ਦਾ ਧਾਰਨਾ ਕਰੀਏ। ਕਹਿੰਦੇ ਅਸੀਂ ਤਾਂ ਇਹੀ ਕਮਰ ਕਸਾ ਕੀਤਾ ਹੋਇਆ, ਜੋ ਮਿਲ ਗਿਆ ਠੀਕ ਹੈ ਬਸ, ਬਹੁਤਾ ਨਹੀਂ ਲਾਲਚ ਕਰੀਦਾ ਕਿਸੇ ਗੱਲ ਦਾ, ਇਹੀ ਕਮਰ ਕਸਾ ਸਾਡਾ। ਫੇਰ ਕਹਿੰਦੇ ਤੇਰਾ ਨਾਮ, ਤੋ ਉਸ ਵਾਹਿਗੁਰੂ ਦਾ ਜੋ ਨਾਮ ਹੈ ਨਾ ਜਪਣਾ, ਧਨ ਤੇ ਜੋਬਨ ਅਵਸਥਾ ਹੈ, ਇਹੀ ਹੈ। ਸੋ ਉਸ ਵਾਹਿਗੁਰੂ ਦਾ ਨਾਮ ਜਪਣਾ, ਇਹ ਸਾਡੇ ਕੋਲ ਕਹਿੰਦੇ ਧਨ ਹੈ, ਧਨ ਜੋਬਨ ਤੇਰਾ ਨਾਮ, ਅਤੇ ਸ਼ੌਂਕ ਅਵਸਥਾ ਰੂਪੀ ਜੋਬਨ ਹੈ। ਜਿਹੜੀ ਪ੍ਰਮਾਤਮਾ ਦੀ ਪ੍ਰਾਪਤੀ ਦਾ ਸ਼ੌਂਕ ਹੈ ਨਾ, ਅਸਲ ਵਿੱਚ ਇਹੀ ਜੋਬਨ ਹੈ ਸਾਡੇ ਤੇ। ਜਿਹੜਾ ਨਾਮ ਧਨ ਹੈ, ਇਹੀ ਧਨ ਹੈ ਮੇਰੇ ਕੋਲੇ। ਦੇਖਣ ਮਾਤਰ ਧਨ ਨਹੀਂ ਲੱਗਦਾ ਤੁਹਾਨੂੰ, ਪਰ ਮੇਰੇ ਕੋਲ ਬਹੁਤ ਧਨ ਹੈ ਨਾਮ ਦਾ।
बाबा होर पहनण खुशी खुआर। ये पिता जी जिहड़ा ये अंतरीव कपड़ियां तो बिना जिहड़े प्रतख रंग बरंगे कपड़ियां दा पाउणा, खुशियां पूर्वक रहना, ये जीव नूं फिर अंत समय खराब ही करदियां चीजां। खीलै बिगसै तेतो सोग, जिन्ना ज्यादा हा करन वाले आ ना, ਐਵੇਂ ਹੀ ਹੱਸੀ ਜਾਣਾ ਬਿਨਾਂ ਹੀ ਕਾਰਨ ਤੋਂ ਵਿਕਾਰੀ ਭਾਵਨਾ ਨਾਲ। ਇੱਕ ਤਾਂ ਹੁੰਦਾ ਹੱਸਣਾ ਰੱਬ ਦੇ ਪਿਆਰਿਆਂ ਦਾ, ਰੰਗ ਹੱਸੈ ਰੰਗ ਰੋਵੈ ਚੁੱਪ ਪੀ ਕਰ ਜਾਹੇ। ਇੱਕ ਹੁੰਦਾ ਵਿਕਾਰੀ ਭਾਵਨਾ ਨਾਲ ਐਵੇਂ ਹੀ ਖਾਮ-ਖਾਂ ਦੀਆਂ ਗੱਲਾਂ ਕਰਕੇ ਹੱਸਣਾ, ਕਿਸੇ ਨੂੰ ਮਖੌਲ ਕਰਨਾ, ਕਿਸੇ ਨਿੰਦਾ ਕਰਕੇ ਹੱਸਣਾ, ਕਿਸੇ ਦੀ ਚੁਗਲੀ ਕਰਕੇ ਹੱਸਣਾ। ਇਹ ਜਿਹੜਾ ਹੈ ਨਾ ਸੰਸਾਰ ਦੇ ਲੋਕ ਕਰਦੇ ਨੇ ਕੰਮ, ਇਹ ਅੰਤ ਨੂੰ ਬਹੁਤ ਫਿਰ ਨੁਕਸਾਨ ਦਿੰਦੀਆਂ ਚੀਜ਼ਾਂ। ਜਿਤ ਪੈਦਾ ਤਨ ਪੀੜੀਆ ਮਨ ਮਹਿ ਚੱਲੈ ਵਿਕਾਰ ਰਹਾਓ। ਇਹ ਬਾਰ-ਬਾਰ ਤੁਕ ਆਵੇਗੀ। ਕਹਿੰਦੇ ਜਿਨ੍ਹਾਂ ਕੱਪੜਿਆਂ ਦੇ ਪਾਉਣ ਕਰਕੇ ਸਰੀਰ ਹੀ ਔਖਾ ਹੁੰਦਾ, ਮਨ ਵਿੱਚ ਕਈ ਤਰ੍ਹਾਂ ਦੇ ਵਿਕਾਰ ਚੱਲਦੇ ਨੇ। ਜਿਨ੍ਹਾਂ ਕੱਪੜਿਆਂ ਦੇ ਪਹਿਨ ਕਰਕੇ ਪਰਲੋਕ ਵਿੱਚ ਜੀਵ ਪੀੜਿਆ ਜਾਂਦਾ ਤੇ ਸਰੀਰ ਵਿੱਚ ਨਾਨਾ ਪ੍ਰਕਾਰ ਦੇ ਵਿਕਾਰ ਪੈਦਾ ਹੁੰਦੇ ਨੇ। ਫਿਰ ਇਹੋ ਜਿਹੇ ਕੱਪੜੇ ਪਾਉਣ ਦਾ ਫਾਇਦਾ ਕੀ ਹੈ? ਮਰਿਆਦਾ ਪੂਰਵਕ ਕੱਪੜੇ ਜੇ ਪਾਏ ਧਾਰਮਿਕ ਤੌਰ ਤੇ, ਉਹਨਾਂ ਨੂੰ ਲੋਕ ਕਹਿੰਦੇ ਇਹ ਪੁਰਾਣਾ ਜਿਹੀ ਬੰਦਾ, ਐਵੇਂ ਪੇਂਡੂ ਜਿਹਾ ਹੀ ਆ, ਇਹਨੂੰ ਪਤਾ ਹੀ ਨਹੀਂ, ਇਹ ਡਰੈਸ ਨਹੀਂ ਪਾਉਣੀ ਜਾਣਦਾ। ਪਾਉਣੀ ਤਾਂ ਜਾਣਦੇ ਸਾਰੇ ਜਾਣੇ, ਗੁਰਮੁਖ ਪਿਆਰੇ ਸਭ ਕੁਝ ਪਾ ਸਕਦੇ ਨੇ, ਪਰ ਜਿਹੜੀ ਗੁਰਮਤ ਕਹਿੰਦੀ ਆ ਰੱਖ ਗਰੀਬੀ ਵੇਸ। ਸੋ ਇਸ ਕਰਕੇ ਜਿਵੇਂ ਬਹੁਤ ਸਾਲ ਪਹਿਲਾਂ ਬੱਚਿਆਂ ਨੂੰ ਨਹੀਂ ਪਤਾ ਹੁੰਦਾ, ਕੋਈ ਆਸਟ੍ਰੇਲੀਆ ਤੋਂ ਮਿਲਣ ਆਈ ਸੰਗਤ, ਕਾਫੀ ਸਾਲਾਂ ਦੀ ਗੱਲ, ਛੋਟਾ ਜਿਹਾ ਬੱਚਾ, ਕਈ ਦਿਨੋਂ ਕਥਾ ਸੁਣੀ, ਉਹਨਾਂ ਦਾ ਨਿਆਣਾ ਕਹਿੰਦਾ ਵੀ ਕਹਿੰਦੇ ਗਿਆਨੀ ਜੀ ਹਰ ਵਕਤ ਨਾਈਟ ਸੂਟ ਹੀ ਪਾਈ ਰੱਖਦੇ, ਪੈਂਟ ਕਮੀਜ਼ ਨਹੀਂ ਪਾਉਂਦੇ। ਲੋਕ ਸਮਝਦੇ ਨਾਈਟ ਸੂਟ ਹੀ ਪਾਇਆ ਹੋਇਆ ਇਹਨਾਂ ਨੇ। ਸੋ ਸਧਾਰਨ ਕੱਪੜਿਆਂ ਨੂੰ ਜਾਂ ਸਧਾਰਨ ਬੋਲੀ ਨੂੰ, ਸਧਾਰਨ ਰਹਿਣੇ ਸਹਿਣੇ ਨੂੰ ਸੰਸਾਰ ਸਮਝਦੇ ਨੂੰ ਪਤਾ ਹੀ ਨਹੀਂ। ਹਾਲਾਂਕਿ ਜਿੰਨੇ ਵੱਡੇ ਵੱਡੇ ਸਾਇੰਸਦਾਨ ਨੇ, ਫਿਲਾਸਫਰ ਨੇ, ਔਰ ਬੜੇ ਸਿਆਣੇ ਦੁਨੀਆ ਦੇ ਮਨੁੱਖ ਹੋਏ ਨੇ, ਉਹਨਾਂ ਦਾ ਲਿਬਾਸ ਦੇਖੋ ਤਾਂ ਦੁਨੀਆ ਨਾਲੋਂ ਬਿਲਕੁਲ ਹੀ ਸਾਦਾ ਜਿਹਾ ਹੁੰਦਾ, ਪਰ ਦਿਮਾਗ ਉਹਨਾਂ ਦਾ ਬਹੁਤ ਜ਼ਿਆਦਾ ਹੁੰਦਾ। ਸਤਿਗੁਰੂ ਮਹਾਰਾਜ ਕਹਿੰਦੇ ਇਹੋ ਜਿਹੇ ਕੱਪੜੇ ਕਾਹਨੂੰ ਪਾਉਣੇ ਜਿਹੜੇ ਸਰੀਰ ਨੂੰ ਪਰੇਸ਼ਾਨ ਕਰਨ, ਜਿਨ੍ਹਾਂ ਕੱਪੜਿਆਂ ਨੂੰ ਦੇਖ ਕੇ ਦੂਜੇ ਦੀ ਭਾਵਨਾ ਵੀ ਮਾੜੀ ਹੋ ਜੇ ਜਾਂ ਆਪਣੀ ਵੀ ਭਾਵਨਾ ਖਰਾਬ ਹੋ ਜੇ, ਵਿਕਾਰ ਹੀ ਪੈਦਾ ਹੋਈ ਜਾਣ। ਇਸ ਕਰਕੇ ਸਾਦਗੀ ਵਾਲਾ ਜੀਵਨ ਸਾਨੂੰ ਹੁਕਮ ਹੈ ਖਾਲਸੇ ਨੂੰ। ਸਾਦਾ ਜਿਹਾ ਖਾਣਾ, ਸਾਦਾ ਜਿਹਾ ਪਹਿਨਣਾ, ਸਾਦਗੀ ਵਿੱਚ ਰਹਿਣਾ। ਡਾਕਟਰ ਤਾਂ ਨਹੀਂ ਕਹਿੰਦੇ ਤੁਸੀਂ ਆਹ ਚੀਜ਼ਾਂ ਖਾਓ, ਡਾਕਟਰ ਤਾਂ ਬਹੁਤ ਚੀਜ਼ਾਂ ਮਨਾ ਕਰਦੇ, ਟਾਈਟ ਕੱਪੜੇ ਪਾਉਣੇ। ਸੋ ਇਸੇ ਪ੍ਰਕਾਰ ਖਾਣੇ ਮਾੜੇ ਖਾਣੇ, ਮਸਾਲੇ ਖਾਈ ਜਾਣੇ, ਚਟਣੀਆਂ ਖਾਈ ਜਾਣੀਆਂ, ਇਹਨਾਂ ਚੀਜ਼ਾਂ ਤੋਂ ਡਾਕਟਰ ਵੀ ਮਨਾ ਕਰਦੇ। ਪਰ ਸਤਿਗੁਰੂ ਕਹਿੰਦੇ ਇਨਸਾਨ ਇਹਨਾਂ ਗੱਲਾਂ ਦੇ ਮਗਰ ਹੀ ਪਿਆ ਹੋਇਆ, ਬਸ ਉਹਨੂੰ ਆਪਣੇ ਪਰਲੋਕ ਦੇ ਸਵਾਰਨ ਦੀ ਫਿਕਰ ਘੱਟ ਹੈ, ਖਾਣੇ ਪੀਣੇ ਕੱਪੜਿਆਂ ਦੀ ਫਿਕਰ ਜ਼ਿਆਦਾ। ਸੋ ਇਹ ਗੁਰਬਾਣੀ ਇੱਕ ਤਰ੍ਹਾਂ ਦੀ ਰਹਿਤ ਮਰਿਆਦਾ ਹੀ ਹੈ। ਕੋਈ ਪੁੱਛੇ ਵੀ ਹੁਣ ਕਿੱਥੇ ਲਿਖਿਆ, ਬਾਣੀ ਅੰਦਰ ਲਿਖਿਆ, ਕਿੱਥੇ ਲਿਖਿਆ ਦਿਖਾਓ। ਹੁਣ ਇਹ ਸਾਰਾ ਸਾਹਮਣੇ ਆਈ ਜਾਣਾ, ਆਪਣੇ ਐਨ ਸ਼ੀਸ਼ੇ ਵਾਂਗੂ ਸਾਫ਼ ਕਰ ਦੇਣਾ ਮਹਾਰਾਜ ਨੇ ਸਭ ਕੁਝ, ਵੀ ਕੀ ਕਿੱਥੇ ਲਿਖਿਆ ਹੋਇਆ। ਘੋੜੇ ਪਾਖਰ ਸੋਇਨੇ ਸਾਖਤ ਬੂਝਣ ਤੇਰੀ ਵਾਟ। ਫਿਰ ਪਿਤਾ ਜੀ ਕਹਿਣ ਲੱਗੇ ਆਪ ਖੂਬ ਸਾਰੇ, ਚਲੋ ਆਪਾਂ ਖੱਤਰੀ ਆ, ਘੋੜੇ ਤੇ ਬੈਠਿਆ ਕਰੋ, ਸ਼ਸਤਰ ਪਾਇਆ ਕਰੋ। ਉਹਨਾਂ ਸੋਚਿਆ ਚਲੋ ਇੱਧਰ ਨੂੰ ਲਾ ਕੇ ਦੇਖ ਲੈਂਦੇ ਆ। ਮਹਾਰਾਜ ਕਹਿੰਦੇ ਅਸੀਂ ਤਾਂ ਅੰਤਰੀਵ ਘੋੜੇ ਤੇ ਸਵਾਰ ਆ, ਸ਼ਸਤਰ ਵੀ ਸਾਡੇ ਕੋਲੇ। ਕਹਿੰਦੇ ਅੰਤਰੀਵ ਘੋੜਾ ਦਿਖਦਾ ਨਹੀਂ, ਸ਼ਸਤਰ ਕਿੱਥੇ ਨੇ? ਸਤਿਗੁਰੂ ਕਹਿੰਦੇ ਤੇਰੀ ਵਾਟ, ਉਸ ਵਾਹਿਗੁਰੂ ਦੀ ਭਗਤੀ ਰੂਪੀ ਵਾਟ ਤੋਂ ਮਤਲਬ ਹੁੰਦਾ ਰਸਤਾ ਜਿਹੜਾ ਬੁੱਝਣਾ ਕੀਤਾ ਹੈ ਨਾ, ਇਹੀ ਘੋੜਾ ਹੈ। ਇਹੀ ਸੋਨੇ ਸੋਨੇ ਦੀ ਪਾਖਰ ਹੁੰਦੀ ਕਾਠੀ ਹੈ, ਸਾਖਤ ਤੋਂ ਪਾਪ ਬਣੀ ਹੋਈ। ਘੋੜੇ ਪਾਖਰ ਸੋਇਨੇ ਸਾਖਤ ਬੂਝਣ ਤੇਰੀ ਵਾਟ। 7 ਘੋੜੇ ਲੈ ਚੱਲ, ਅੱਗੇ ਸੋਠ ਰਾਗ 'ਚ ਵੀ ਆਵੇਗਾ ਜਾ ਕੇ। ਸੋ ਧਰਮ ਘੋੜਾ 7 ਦੀ ਜਿਹੜੀ ਉੱਤੇ ਕਾਠੀ ਪਾਈ ਹੋਈ ਹੈ, ਧਰਮ ਘੋੜਾ 7 ਜੀਨ ਕਰ ਜਤ ਕੀ ਪਾਖਰ ਮਾਨ ਦੇ ਅਨੁਸਾਰ ਧਰਮ ਰੂਪ ਤਾਂ ਘੋੜਾ ਹੈ, ਸੱਚ ਦਾ ਬੋਲਣਾ ਇਹ ਕਾਠੀ ਹੈ, ਇਹਨੂੰ ਜੀਨ ਵੀ ਕਹਿੰਦੇ ਨੇ। ਜਤ ਰੱਖਣਾ ਹੈ, ਜਤਿੰਦਰੇ ਰਹਿਣਾ, ਇਹ ਪਾਖਰ ਹੈ। ਪਾਖਰ ਤੋਂ ਮਤਲਬ ਜੰਜੀਰਦਾਰ ਲੋਹੇ ਦਾ ਝੁੱਲ ਹਾਥੀ ਅਤੇ ਘੋੜਿਆਂ ਉੱਤੇ ਪਾਇਆ ਜਾਂਦਾ, ਜਿਸ ਕਰਕੇ ਮੈਦਾਨੇ ਜੰਗ ਦੇ ਵਿੱਚ ਸਰੀਰ ਦੀ ਰੱਖਿਆ ਹੁੰਦੀ, ਉਹਨੂੰ ਪਾਖਰ ਕਹਿੰਦੇ ਨੇ। ਤੇ ਕਰੁਣਾ ਮੈਤਰੀ ਮੁਦਤਾ ਅਪੇਖਿਆ, ਇਹ ਸੋਨੇ ਦੀ ਪੂੰਜੀ ਹੈ ਸਾਰੀ।
करुणा किसी ते दया करनी, मैत्री मैत्रता भाव रखना, मुदता हुंदी प्रसन्नता, देख के किसी दे पदार्थां नूं खुश होना, सड़ना ना, अपेक्षा हुंदी किसी दे देख करके अवगुणा नूं अपेक्षा कर छड्डना, जिन्हां ने देख के अणडिठ कीता, मनुखता दा भला सोचना, दूजे दी इज्जत रखनी, पर्दे ढाके रखने, अच्छे मनुख दीयां निशानियां हुंदियां ने। इस करके महाराज सच्चे पातशाह कहंदे वो परमेश्वर की भगती रूप वाट का जिहड़ा बुझना कीता ना, रस्ते का जिहड़ा पुछना कीता, इस वाट उपर असां चलना कीता। ये वाट अपने पुराना अखर है पंजाबी का, पंजाब का किन्नी वाट रह गई हुण, कहंदे इन्नी वाट रह गई। एक बार महाराष्ट्र विच असीं गए, इहो जे पहाड़ी एरिए च बई चलो गए सी घुम्मण वास्ते किते, उत्थे कोई बड़ा भजनीक सिंह रहिंदा सी पहाड़ियां च। जदों घुमाउण वास्ते लैके गए तो उस वक्त वो कहण लगे इधर भी बहुत सुंदर मनीक थां है, झील है, चलो सिंह चले गए। उत्थों दे इलाके दा निवासी साडे नाल भेजदा एक, वो सानू तां उहदी समझ नहीं लगदी, पर उहदी एक गल चंगी सी, तो वो असीं उहनूं पुछना रस्ता ठीक आ ने, कहना वाट चांगली, ये महाराष्ट्र दा अखर है, वाट चांगली। असीं इन्ना क समझ लिया भी चंगली मतलब चंगी, वाट मतलब रस्ता, ये उत्थे दा भी अखर है। सो इस करके इस वाट उपर असां ने चलना कीता। काठी दे हेठां घोड़े दी पिठ ते जो कपड़ा पाउंदे ने उहनूं भी पाखर कहंदे ने, उहनूं नमदा भी कहंदे ने, नमदा। काठी दे पहलां कपड़ा रखिआ ने, फिर काठी कसी जांदी, नहीं तां घोड़े दा शरीर ही छिल्लिआ जावे। कहंदे शस्त्र किहड़े रखे होए ने तुसीं, सानूं दिखदे नहीं गे। सतगुरु महाराज कहण लगे तरकस, तीर, कमान, सांग, तेग, बंद, गुण, धात, वाहिगुरू की प्राप्ति के शुभ गुणां नूं जिहड़ा असीं धारण कीता है ना, यही तरकस तो भाव पत्था है, जिहड़ा पिछले पासे मोढे ते टंग के सो ਉਹਦੇ ਚ तीर पाए जाते, उन्होंने पत्था कहते हैं। यही तीर कमान है साडा, बस तरकस, तीर, कमान, सांग। सांग हुंदी बरछी। जे हजूर साहब जाओ तो माता भाग कौर जी, वो पहला नाम सी माता माई भागो, फिर लोगों ने ਉਹੀ नाम जो हुण प्रचलित रखे हुए ने, जिवें एक कैलेंडर जिहा छपिआ है ते कौर तो बिना ही सारे नाम लिखे हुए ने। ये गल्लां दा ये डीपली सोचीए तो यह गलत जी गल हो जाती है। माता सुंदरी, माता साहिबदेवा लिखिया, माता गुजरी, माता जीतो, की गल उन्होंने अमृत नहीं छकिया, वो उदा ही रह गई सी। इस करके कौर अखर नालों कटता, फिर गांह जनरेशन ते बड़ा फर्क पैंदा। न्याणे कहणगे ला उन्होंने किहड़ा कौर लाया सी। माता गुजरी लिखिया, माता गुजरी दी माता का नाम पता की है? माता बिशन कौर। उन्हें किहड़ा अमर छकिया सी उदों? कौर कोई ना ये कि उदों बाद ही लाया, पहलां तो ही चलिया आउंदा। जद उहदा नाम उन्हां दी माता का नाम बिशन कौर है, तो गुजर कौर तो कुदरती हुई है, अमर छकण तो बाद तो रखना ही रखना सीगा। इस करके माई भागो ही कही जाते हुण तक लोग। हालांकि अद्धा नाम लवे सो तनखाहीआ लिखिया है, अद्धा नाम लैण वाले नूं तनखाह लगदी है, पंजां प्यारिਆਂ तो सजा मिलती। इस करके याद आ गया मैनू, यही सांग है। सांग हुंदी लंबी बरछी। जे जाओ श्री हजूर साहब माता भाग कौर का स्थान तखत साहब के नाल ही है, जब उत्थे मत्था टेकोगे तो उत्थे सांग पई है उन्हां दी, वो दीवार ते लाई हुई है, बड़ी लंबी सारी खड़ी कीती होवेगी। जां महाराज कहते यही तेग बंद हुंदा तलवार दा बन्नना, यही धात हुंदा धावनी है साडी। तरकस पत्था तीर पाए ने, कमान फड़ी हुई है, सांग पकड़ी हुई है, तेग बंद तेग बन्नी हुई है, गुण धात, यही धात है साडी धावनी। प्रभु की प्राप्ति के शुभ गुणां नूं जिहड़ा धारण कीता, बस ये सारे शस्त्र है मेरे कोले। या फिर संतोख विशिष्ट जिहड़ा हिरदा हुंदा, यही पत्था है। इहदे विच जिहड़े महाराज कहण लगे प्रेम रूपी तीर पाए हुए हैं। प्रेम के सर लागे तन पीतर, तां भ्रम काटिया जाई, मेरा मन प्रेम लगो हर तीर। जिवें महाराज ने बाणी अंदर बचन लिखे ने, हमरी बेदन हर प्रभ जानै, मेरे मन अंतर की पीर,
श्रेष्ठ जिहड़ी आत्म विषैणी बुद्धि ये कमान है। आत्म विषैणी बुद्धि हुंदी विवेक बुद्धि, मंद बुद्धि वखरी चीज है। क्यों सतगुरु महाराज कहते ने कि मन नूं शुद्ध करना ये धनुख है। शांति रूप सांग पकड़ी बरछी ते ब्रह्म ज्ञान रूपी तेग तलवार नूं बन्निया। शुभ गुणां दी तरफ दौड़ना यही धात हुंदी धावनी। एक तो हुंदा माड़े पासे दौड़ना, बुरे काम को उठ खलोया नाम की बेला पै पै सोया। एक हुंदा चंगे पासे नूं चलना, ये धात है मेरी। कहने भजना जिहड़ा सिपाही भजदा जंग दे विच शस्त्र पकड़ के जाके दुष्टां नाल टक्कर लैंदा। काम क्रोध लोभ मोह हंकार दुष्टां नाल टक्कर लैणी जिहड़ा उधर नूं शुभ गुणां दी तरफ दौड़ना है। माड़े पासे तो पिछे नूं हटना है, शुभ गुणां वाले पासे नूं जाना। वाजा नेजा पत स्यों प्रगट कर्म तेरा मेरी जात। कर्म तेरा तो कहने तेरा तो भाव ते इस परमात्मा दा जो बख्शिश हुई है, कर्म तेरा, ये तेरी जिहड़ी कर्म हुई बख्शिश अनुग्रह होया ना, यही मेरा वाजा है, यही नेजा है ते यही मेरी पत आबरो दे नाल प्रगट होना, यही मेरी जाति। बस जिहड़ा परमात्मा दी बख्शिश है मेरी, यही वाजा यही नेजा। नेजा सो बरछा भाला ये है सारियां इक्को ही चीज़ां ने, पर उन्हां दा थोड़े थोड़े बनतर विच फर्क हुंदा। तो ये सारे शस्त्रां दी बनतर दिखाई महान कोश दे विच भाई कान सिंह नाभा ने शस्त्र सारे दिखाए ने। इस प्रकार पुराने किलियां विच जाइए जे हुण बहुता नहीं तां पटियाला किला मुबारक दे विच हुण तक पुराने शस्त्र पए ने, कदे मौका लगे देखो। सो इस तरह सारे शस्त्र रखे हुए ने संभाल के, किते भी मिल जाण। इंग्लैंड भी काफ़ी शस्त्र पए ने पुराने, इत्थे भी पए होने आ, क्योंकि पुरानियां चीज़ां साਂਭ के रखनी बड़ी सियाणप हुंदी। तो जिहड़ी साडे अंदर थोड़ी जी घट ही है। अपने की करदे ने अपनी कौम च जिन्नियां पुरानियां चीज़ां सब ढा ढवा के ढेरी कर छड्डदे। उत्थे संगमरमर दा गुरद्वारा खड़ाता पत्थर, उत्थे जिहड़ी वो चमकौर दी गढ़ी सी वो ढाती, पत्थर लाता उत्थे। होर थाई देख लो जिथे किते महाराज दी निशानियां सी सारियां मेटतियां, कोई छड्डी ही नहीं। क्यों? सियाणी कौम कदे भी अपनी चीज़ां नूं गवाउंदी नहीं। जिथे ईसा जी नूं सज़ा दित्ती सी वो कंध अज भी शीशे च मड़ के खड़ी कीती हुई है, उहदे उदाले नवीं बिल्डिंगां बन गईयां, पर सियाणी कौम ने अपने वड्डियां दी चीज़ नूं हूब-हू रखिया होया। असीं बच्चिआं नूं की दिखावांगे साडी चमकौर दी गढ़ी किहड़ी सी? साडे फतेहगढ़ साहब भोरे थले जिहड़ी 4 इट्टां दीहनियां सी, वो भी लकोतियां। पता नहीं इहदे पिछे किसे दा दिमाग काम करदा जां बुद्धि घट है जां रब जाने। जिहड़े दरख्त सी सारे वढ़ते, जिथे गुरु साहब ने घोड़ा बन्निया वो भी वढ़ता, जिथे महाराज बैठे वो भी दरख्त। आखे जी दरख्तां दी पूजा है, फलाना ढिमका। परमात्मा जाने कि की हो रहा है। इहदे लई भी सानू थोड़ा उद्यम करके सारिਆਂ ਨੂੰ विचार करनी चाहिए, ਤਾਂ ਇਹ चीज़ां ਜਦੋਂ सामने आउंदियां ने। महाराज कहते ने ये वाजा नेजा पतसों प्रगट कर्म तेरा मेरी जात। जिहड़ा सतनाम रूपी वाजा वाहिगुरु वाहिगुरु करन रूप वाजा, निश्चय रूपी नेजा पति परमात्मा दे सहित होना, यही साडा प्रगट होना। ते इस प्रभु का जिहड़ा बख्शिश होनी यही मेरी जाति है। बाबा होर चढ़ना खुशी खुआर। कहण लगे बाबा तो पावे पिता जी, अंतरीव धर्म घोड़े तो बिना जिहड़ा होर प्रतख घोड़ियां उपर खुशियां पूर्वक चढ़ना ना, इहनूं तां खुआर खराब ही करदा बंदे नूं। जिहड़ियां एवें घोड़े ते चढ़ के इधर चलिया गया उधर चलिया गया, लोकां नूं परेशानियां देणियां, क्योंकि उदों लोग ऐसा ही करदे सी। सो महाराज सच्चे पातशाह ने घोड़ा अखर काफ़ी वरते, इहदी वरतों सत्ते बलवंडे हुणां ने भी कीती है। घोड़ा कीतो सहज दा जत कीओ पलाण, उत्थे भी इहदी वरतों कीती। जेत चढ़िया तन पीड़िया मन मह चलै विकार रहाओ। कहने जिस घोड़े उत्ते चढ़िया शरीर पीड़ित हुंदा, मन दे अंदर विकार चलदे ने, सो जीव पीड़िया जांदा है। नाना प्रकार दे विकार आउंदे, उन्हां ते चढ़न दा की फायदा? एवें चलो जंग दी गल वखरी है, पर एक ही अपनियां सरदारियां चमकाउण नूं, लोकां नूं परेशान करन नूं जां होर गल्लां नूं
ਆਪਣੇ ਟਾਈਮ ਨੂੰ ਖਰਾਬ ਕਰਨ ਲਈ ਹੋਰ ਕਈ ਤਰ੍ਹਾਂ ਦੀਆਂ ਖੇਡਾਂ ਖੇਡਣੀਆਂ ਕਹਿੰਦੇ ਮੈਨੂੰ ਨਹੀਂ ਚੰਗੀਆਂ ਲੱਗਦੀਆਂ। ਗੁਰੂ ਨਾਨਕ ਸਾਹਿਬ ਨੂੰ ਨਹੀਂ ਭਾਉਂਦੀਆਂ ਉਹ। ਅਖੀਰ ਮਾਤਾ ਪਿਤਾ ਜੀ ਕਹਿਣ ਲੱਗੇ ਹੁਣ ਪੱਕੇ ਮਕਾਨ ਪਾ ਲਏ ਨੇ, ਸੋਹਣੇ ਘਰ ਬਣ ਗਏ, ਚਲੋ ਹੁਣ ਘਰੇ ਰਹਿائش ਕਰੋ, ਪਰਿਵਾਰ ਵਿੱਚ ਰਲ ਮਿਲ ਕੇ ਬੈਠੋ, ਤੁਹਾਨੂੰ ਕੋਈ ਕੰਮ ਨਹੀਂ ਕਹਿੰਦੇ, ਤੁਸੀਂ ਘਰ ਬਹਿ ਕੇ ਸਾਰੇ ਨੌਕਰਾਂ ਤੇ ਆਪ ਹੁਕਮ ਕਰੋ, ਸਾਨੂੰ ਦੱਸੋ ਕੀ ਕਰਨਾ। ਮਹਾਰਾਜ ਕਹਿੰਦੇ ਘਰ ਤਾਂ ਮੇਰਾ ਬਣ ਗਿਆ ਪੱਕਾ, ਘਰ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਿਵਾਰ। ਵਾਹਿਗੁਰੂ ਦੇ ਨਾਮ ਜਪਣ ਦੀ ਜਿਹੜੀ ਖੁਸ਼ੀ ਸਾਨੂੰ ਪ੍ਰਾਪਤ ਹੋਈ ਇਹ ਸਾਡੇ ਲਈ ਘਰ ਹੈ, ਇਹੀ ਮੰਦਰ ਹੈ। ਕਿਉਂਕਿ ਘਰ ਕੱਚੇ ਹੁੰਦੇ ਨੇ ਤੇ ਮੰਦਰ ਪੱਕੇ ਹੁੰਦੇ ਨੇ। ਸਰੀਰ ਘਰ ਦੇ ਮੰਦਰ ਅੰਦਰ ਜੋ ਨਾਮ ਦੀ ਖੁਸ਼ੀ ਪ੍ਰਾਪਤ ਹੋਈ ਮੈਨੂੰ, ਇਹੀ ਮੇਰੇ ਲਈ ਮੰਦਰ ਹੈ। ਨਦਰ ਤੇਰੀ, ਵਾਹਿਗੁਰੂ ਪ੍ਰਮਾਤਮਾ ਦੀ ਜੋ ਕਿਰਪਾ ਦ੍ਰਿਸ਼ਟੀ ਹੋਈ, ਇਹੀ ਮੇਰਾ ਪਰਿਵਾਰ ਹੈ। ਬਸ ਨਦਰ ਤੇਰੀ ਪਰਿਵਾਰ ਤੇ ਖੁਸ਼ੀ ਨਾਮ ਦੀ ਇਹੀ ਮੰਦਰ। ਹੁਕਮ ਸੋਈ ਤੁਧ ਭਾਵਸੀ ਹੋਰ ਆਖਣ ਬਹੁਤ ਅਪਾਰ। ਉਹ ਪ੍ਰਮਾਤਮਾ ਨੂੰ ਜਿਹੜੀ ਭਾਵਸੀ ਭਾ ਜਾਣਾ ਨਾ, ਸਾਡੇ ਲਈ ਇਹ ਹੁਕਮ ਦਾ ਕਰਨਾ ਹੈ। ਤੁਸੀਂ ਕਹਿੰਦੇ ਹੋ ਕਿ ਘਰੇ ਬਹਿ ਕੇ ਹੁਕਮ ਕਰੀ ਸਾਡੇ ਤੇ ਨੌਕਰਾਂ ਤੇ, ਕਹਿੰਦੇ ਬਸ ਜਿਹੜਾ ਵਾਹਿਗੁਰੂ ਨੂੰ ਭਾ ਜਾਣਾ ਇਹੀ ਸਾਡੇ ਲਈ ਹੁਕਮ ਕਰਨਾ। ਬਹੁਤਿਆਂ ਪੁਰਸ਼ਾਂ ਨਾਲ ਮਿਲ ਕੇ ਹੋਰ ਜਿਹੜਾ ਬੇਅੰਤ ਗੱਲਾਂ ਦਾ ਕਰਨਾ ਇਹ ਨਿਸਫਲ ਹੈ। ਹੋਰ ਆਖਣ ਬਹੁਤ ਅਪਾਰ, ਇਹ ਖਾਸ ਗੱਲ ਨਹੀਂ ਹੈ। ਇਸ ਕਰਕੇ ਬਹੁਤੀਆਂ ਗੱਲਾਂ ਬਾਤਾਂ ਕਰਨੀਆਂ ਨਹੀਂ ਅਸੀਂ ਚੰਗੀਆਂ ਨਹੀਂ ਲੱਗਦੀਆਂ ਸਾਨੂੰ। ਨਾਨਕ ਸੱਚਾ ਪਾਤਸ਼ਾਹ ਪੂਛ ਨਾ ਕਰੇ ਵਿਚਾਰ। ਮਹਾਰਾਜ ਕਹਿਣ ਲੱਗੇ ਉਹ ਵਾਹਿਗੁਰੂ ਅਕਾਲ ਪੁਰਖ ਸੱਚਾ ਪਾਤਸ਼ਾਹ ਉਹ ਕਿਸੇ ਕੋਲੋਂ ਪੁੱਛ ਕੇ ਕੋਈ ਵਿਚਾਰ ਨਹੀਂ ਕਰਦਾ, ਜੋ ਵੀ ਕਰਦਾ ਸੁਤੰਤਰ ਹੀ ਕਰਦਾ। ਵੀਓ ਪੂਛਣਾ ਮਸਲਤ ਧਰੈ, ਜੋ ਕਿਛ ਕਰੈ ਸੋ ਆਪੇ ਕਰੈ। ਸੋ ਇਸ ਕਰਕੇ ਉਹ ਪ੍ਰਮਾਤਮਾ ਦਾ ਕੋਈ ਵਜ਼ੀਰ ਨਹੀਂ, ਕੋਈ ਦੋਮ ਨਾ ਸੇਮ, ਏਕ ਸੋ ਆਹੀ। ਦੋਮ ਹੁੰਦਾ ਦੂਜਾ ਵਜ਼ੀਰ, ਸੇਮ ਹੁੰਦਾ ਤੀਜਾ, ਉਹਦਾ ਕੋਈ ਮੁਨਸ਼ੀ ਵਗੈਰਾ ਕੁਛ ਨਹੀਂ ਹੈ ਉਹਦਾ। ਉਹ ਵਾਹਿਗੁਰੂ ਸੱਚਾ ਪਾਤਸ਼ਾਹ ਮੈਂ ਉਹਦੀ ਨੌਕਰੀ ਕਰਦਾ ਕਿਉਂਕਿ ਉਹ ਵਿਚਾਰ ਕੇ ਮੁੜ ਕੋਈ ਗੱਲ ਪੁੱਛਦਾ ਹੀ ਨਹੀਂ। ਇਸ ਕਾਰਨ ਰਾਏ ਬੁਲਾਰ ਦੀ ਨੌਕਰੀ ਨਾਲੋਂ ਸਾਨੂੰ ਵਾਹਿਗੁਰੂ ਦੀ ਨੌਕਰੀ ਕਰਨੀ ਚੰਗੀ ਹੈ। ਉਹ ਪਰਮਾਤਮਾ ਐਸਾ ਬੇਪਰਵਾਹ, ਭਗਤਾਂ ਦੀ ਤਾਂ ਮੰਨ ਲੈਂਦਾ ਜੇ ਬੇਨਤੀ ਕਰ ਦੇਣ, ਪਰ ਉਹ ਨਹੀਂ ਕਿਸੇ ਦੀ ਸਲਾਹ ਲੈਂਦਾ ਜਾਂ ਪੁੱਛਦਾ ਨਹੀਂ, ਉਹਨੂੰ ਲੋੜ ਹੀ ਨਹੀਂ। ਕਿਉਂਕਿ ਸਾਡੀਆਂ ਬੁੱਧੀਆਂ ਤੇ ਬਹੁਤ ਤੁੱਛ ਨੇ। ਬਾਬਾ ਹੋਰ ਸੌਣਾ ਖੁਸ਼ੀ ਖੁਆਰ। ਕਹਿਣ ਲੱਗੇ ਪਿਤਾ ਜੀ ਨਾਮ ਤੋਂ ਬਿਨਾਂ ਹੋਰ ਜਿਹੜਾ ਖੁਸ਼ੀਆਂ ਪੂਰਵਕ ਜਿਹੜਾ ਸੋਹਣਿਆਂ ਮੰਦਰਾਂ ਵਿੱਚ ਚੰਗੀਆਂ ਸੇਜਾਂ ਤੇ ਸੌਣਾ ਨਾ, ਇਹ ਬੰਦੇ ਨੂੰ ਖਰਾਬ ਹੀ ਕਰਦਾ, ਮਨ ਦੇ ਅੰਦਰ ਵਿਕਾਰ ਹੀ ਪੈਦਾ ਕਰਦਾ। ਬਹੁਤਾ ਸੌਣਾ ਜਿਤ ਸੁੱਤੈ ਤਨ ਪੀੜੀਐ ਮਨ ਮਹਿ ਚੱਲੈ ਵਿਕਾਰ ਰਹਾਉ। ਸੋਹਣੇ ਮੰਦਰ ਵਿੱਚ ਚੰਗੀਆਂ ਸੇਜਾਂ ਤੇ ਸੌਣ ਕਰਕੇ ਸਰੀਰ ਪੀੜਤ ਹੁੰਦਾ, ਮਨ 'ਚ ਕਈ ਤਰ੍ਹਾਂ ਦੇ ਵਿਸ਼ੇ ਵਿਕਾਰ ਚੱਲਦੇ ਨੇ। ਇਸ ਕਰਕੇ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਪਰੇ ਹੀ ਚੰਗੇ ਹਾਂ। ਅਸੀਂ ਤਾਂ ਨਾਮ ਜਪ ਕੇ ਖੁਸ਼ ਹਾਂ। ਵਾਹਿਗੁਰੂ ਦੀ ਕਿਰਪਾ ਹੀ ਮੇਰੇ ਲਈ ਸਾਰਾ ਕੁਝ ਹੈ, ਵਾਹਿਗੁਰੂ ਦਾ ਨਾਮ ਹੀ ਮੇਰੇ ਲਈ ਸਾਰਾ ਕੁਝ ਹੈ। ਇਉਂ ਗੁਰੂ ਨਾਨਕ ਸਾਹਿਬ ਦਾ ਇਹ ਸਿਧਾਂਤ ਹੈ ਜੋ ਸਿੱਖੀ ਦਾ ਅਸੂਲ ਹੈ। ਕਿ ਗੁਰੂ ਨਾਨਕ ਸਾਹਿਬ ਕੀ ਚਾਹੁੰਦੇ ਨੇ, ਇਹੀ ਚੀਜ਼ ਆਪਾਂ ਦੇਖਣੀ ਹੈ ਕਥਾ ਦੇ ਦੁਆਰਾ, ਗੁਰੂ ਦੇ ਸ਼ਬਦ ਦੇ ਰਾਹੀਂ, ਗੁਰੂ ਦੀ ਆਤਮਾ 'ਚ ਦੇਖਣਾ ਹੈ ਕਿ ਸਤਿਗੁਰੂ ਕੀ ਅੰਦਰ ਸੋਚਦੇ ਨੇ, ਉਹਨਾਂ ਦੀ ਸੋਚ ਕੀ ਹੈ, ਉਹਨਾਂ ਦਾ ਵਿਚਾਰ ਕੀ ਹੈ। ਜੇ ਇਹਨਾਂ ਨੂੰ ਆਪਾਂ ਧਾਰਨ ਕਰਦੇ ਹਾਂ ਤਾਂ ਸੁਤੇ ਸਿੱਧੀ ਗੁਰਸਿੱਖ ਬਣ ਜਾਂਦੇ ਹਾਂ, ਰਹਿਤ ਮਰਿਆਦਾ ਸੁਤੇ ਸਿੱਧੀ ਆਪਣੇ ਹਿਰਦੇ 'ਚ ਆ ਜਾਂਦੀ ਹੈ।